परम सन्मानियो गुरु रू गुरु खालसा साह संगत जी। वाहिगुरु जी का खालसा वाहिगुरु जी की फतेह। कई वारी बहुते लोग ये कहते सुने हैं कि उन्हां दी अरदास पूरी नहीं हुई, अर्थात जिस कारज वास्ते उन्होंने अरदास की जां कराई सी वो कारज सिरे नहीं चढ़िया। निरे लोकां दी गल ही नहीं, कई वारी साडी अपनी कीती हुई अरदास भी पूरी नहीं हुंदी। साध संगत जी, आओ इस दा कारण बड़े प्रेम अते शरधा नाल सरवण करिए। अरदास दी सिद्धि वास्ते दो गल्लां दी लोड़ है, पहली शरधा ते दूजी अभेद निश्चा। शरधा प्रथाए 10वें पातशाह जी लिखते हैं, भावना विहीन कैसे पावै जगदीश को। अर्थात शरधाहीन अपने फल स्वरूप नूं पा नहीं सकता। अते अभेद निश्चय प्रथाए कबीर साहब जी फरमाउंदे हैं, जब लग घट मह दूजी आन तौ लो महल ना लाभै जान। अर्थात जब तक मन विच किसी होर दूसरे की आस है तद तक फल की प्राप्ति नहीं हो सकती। ये गल सारे जान लो। सो हे मेरे आत्म रामा, तू अपनी अरदास की पूर्ति वास्ते सतगुरां उत्ते शरधा अते निश्चा परपक्क कर, फिर तू वेखेगा बिरथी कदे न होवई जन की अरदास। तेरी अरदास कदी भी खाली नहीं जाएगी। मालक भावें तेरे नाल गुस्से होवे ते भावें राजी, तू उस अगे अरदास करनों ना हट। बंदे बंदगी इख्तियार साहिब रोस धरों के प्यार। हे मेरे आत्म राम, तू अरदास करी ते करी ही जा। सतगुरु जी जरूर पूरी करनगे, ਉਹ निश्चय ही पूरी करन दे योग ਹਨ। ਧਰ ਜੀਅਰੇ ਇੱਕ ਟੇਕ ਤੋਂ ਲਾਹੇ ਬਿਡਾਣੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਮੇਰੇ ਮਨ ਸਤਿਗੁਰ ਸੇਵ ਸੁਖ ਹੋਈ, ਜੋ ਇੱਛੋ ਸੋਈ ਫਲ ਪਾਵੋ, ਫਿਰ ਦੁੱਖ ਨਾ ਵਿਆਪੈ ਕੋਈ। ਜਦ ਵੀ ਕਿਸੇ ਜ਼ਰੂਰੀ ਕਾਰਜ ਸਮੇਂ ਅਰਦਾਸ ਕਰਨ ਦੀ ਲੋੜ ਹੋਵੇ ਤਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਘੱਟੋ ਘੱਟ 1 ਰੁਪਈਆ ਅਰਦਾਸਾ ਭੇਟ ਕਰਕੇ ਦੋਵੇਂ ਹੱਥ ਜੋੜ ਕੇ ਖੜੇ ਹੋ ਜਾਓ ਅਤੇ ਇੱਕ ਮਨ ਹੋ ਕੇ ਪੜ੍ਹੋ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। हे अकाल पुरख ज्योति स्वरूप दसों पातशाहियां दी आत्मक जोत श्री गुरु ग्रंथ साहिब जी महाराज, मैं नाही किछ हों नहीं किछ आहे ना मोरा, अवसर लजा राख ले हो सदना जन तोरा। मैं दास आप जी दी पवित्र हजूरी विच सदने भगत वांगू निमाणा निताणा ਅਤੇ ਦੀਨ ਹੋ ਕੇ ਅਰਦਾਸ ਬੇਨਤੀ ਕਰਦਾ ਹਾਂ ਕਿ ਆਪ ਜੀ ਮੇਰੇ ਇਸ ਕਾਰਜ ਵਿੱਚ ਸਹਾਈ ਹੋ ਕੇ ਮੇਰੀ ਸਹਾਇਤਾ ਕਰੋ ਜੀ। ਮੇਰਾ ਕਾਰਜ ਸੰਵਰ ਜਾਵੇ ਜੀ। ਮੈਂ ਸਾਰੇ ਆਸਰਿਆਂ ਵੱਲੋਂ ਬੇਆਸ ਹੋ ਕੇ ਆਪ ਜੀ ਦੀ ਸ਼ਰਨ ਆਇਆ ਹਾਂ ਜੀ। ਆਪ ਸਹਾਈ ਹੋਵੋ ਜੀ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। माटी का क्या धोपै स्वामी, मानस की गत एही। इस तरह बेनतीमई दीनता भरे शब्द तथा तुकां पढ़ के कारज की सिद्धि वास्ते अरदास करके सानू मत्था टेकना चाहिए है। इस अरदास समय मन गुरु चरनां विच इस तरह लीन होना चाहिए है जिवें सूई विच धागा पाउण लग्या ਧਿਆਨ ਸੂਈ ਦੇ ਨੱਕੇ ਵਿੱਚ ਬੰਨ੍ਹਿਆ ਜਾਂਦਾ ਹੈ। ਸਤਿਗੁਰੂ ਜੀ ਸੇਵਕ ਦੀ ਸ਼ਰਧਾ ਪ੍ਰੇਮ ਨਾਲ ਭਿੱਜੀ ਹੋਈ ਅਰਦਾਸ ਪ੍ਰਵਾਨ ਕਰਕੇ
ਤਤਛਿਨ ਸਹਾਈ ਹੁੰਦੇ ਹਨ, ਇਹ ਨਿਸ਼ਚਾ ਜਾਣ ਲਓ। ਸਿੱਖ ਨੂੰ ਆਪਣਾ ਸਵੇਰ ਅਤੇ ਸ਼ਾਮ ਦਾ ਨਿਤਨੇਮ ਕਰਕੇ ਅਤੇ ਆਪਣੇ ਹਰ ਔਖੇ ਸੌਖੇ ਕਾਰਜ ਅਤੇ ਮੰਗਲ ਅਮੰਗਲ ਦੀ ਅਰਦਾਸ ਕਰਨ ਦਾ ਵੀ ਜ਼ਰੂਰੀ ਹੁਕਮ ਹੈ। ਅਰਦਾਸ ਕਹਿੰਦੇ ਹਨ ਬੇਨਤੀ ਤਥਾ ਪ੍ਰਾਰਥਨਾ ਨੂੰ। ਬੇਨਤੀ ਤਥਾ ਪ੍ਰਾਰਥਨਾ ਸਦਾ ਨੀਵੇਂ ਹੋ ਕੇ ਸੇਵਕ ਦੇ ਰੂਪ ਵਿੱਚ ਅਦਬ ਸਤਿਕਾਰ ਨਾਲ ਕੀਤੀ ਜਾਂਦੀ ਹੈ। ਦੋਏ ਕਰ ਜੋੜ ਕਰੋ ਅਰਦਾਸ, ਤੁਧ ਭਾਵੈ ਤਾਂ ਆਣੈ ਰਾਸ। ਹੇ ਵਾਹਿਗੁਰੂ ਅਕਾਲ ਪੁਰਖ ਸ਼੍ਰੀ ਸਤਿਗੁਰੂ ਜੀ, ਮੈਂ ਦਾਸ ਆਪ ਜੀ ਦੀ ਹਜ਼ੂਰੀ ਵਿੱਚ ਦੋਵੇਂ ਹੱਥ ਜੋੜ ਕੇ ਅਰਦਾਸ ਕਰਦਾ ਹਾਂ, ਤੁਹਾਨੂੰ ਪ੍ਰਵਾਨ ਹੋਵੇ ਤਾਂ ਮੇਰਾ ਕਾਰਜ ਰਾਸ ਆਵੇ ਜੀ। ਅਰਦਾਸ ਸੁਣਨ ਤਥਾ ਕਰਨ ਸਮੇਂ ਸਰੋਤਾ ਅਥਵਾ ਅਰਦਾਸੀਆ ਆਪਣੇ ਇਸ਼ਟ ਦੇਵ ਦੇ ਹਜ਼ੂਰ ਇੱਕ ਸੇਵਕ ਦੀ ਤਰ੍ਹਾਂ ਦੋਵੇਂ ਪੈਰ ਜੋੜ ਕੇ ਦੋਹਾਂ ਲੱਤਾਂ ਉੱਤੇ ਬਰਾਬਰ ਭਾਰ ਪਾ ਕੇ ਸਿੱਧਾ ਖੜਾ ਹੋਵੇ। ਫਿਰ ਮਨ ਨੂੰ ਇਕਾਗਰ ਕਰਕੇ ਦੋਹਾਂ ਹੱਥਾਂ ਦੀਆਂ ਉਂਗਲੀਆਂ ਸਿੱਧੀਆਂ ਤੇ ਹਥੇਲੀਆਂ ਜੋੜ ਕੇ ਸਿਰ ਨੀਵਾਂ ਤੇ ਨਜ਼ਰ ਦੀਨ ਕਰਕੇ ਬੜੇ ਸਤਿਕਾਰ ਨਾਲ ਅਰਦਾਸ ਸੁਣੇ ਔਰ ਕਰੇ। ਅਰਦਾਸ ਸਿੱਖੀ ਅਸੂਲਾਂ ਦਾ ਇੱਕ ਸ਼੍ਰੋਮਣੀ ਅੰਗ ਹੈ, ਜਿਸ ਨੂੰ ਸਤਿਗੁਰਾਂ ਸਾਹਿਬਾਂ ਅਤੇ ਹੋਰ ਪੰਥ ਮੁਖੀਆਂ ਨੇ ਨਿਯਤ ਕੀਤਾ ਹੈ। ਅਰਦਾਸ ਵਾਇਰਲੈਸ ਬੇਤਾਰ ਅਰਜ਼ੋਈ ਹੈ, ਜੋ ਸਿੱਖ ਦੀ ਸ਼ਰਧਾ ਭਾਵਨਾ ਨਾਲ ਕੀਤੀ ਹੋਈ ਸਤਿਗੁਰੂ ਜੀ ਤੱਕ ਪਹੁੰਚਦੀ ਹੈ ਅਤੇ ਇਸ ਨੂੰ ਸੁਣ ਕੇ ਸਤਿਗੁਰੂ ਜੀ ਸਿੱਖ ਦੀ ਮਨੋਭਾਵਨਾ ਪੂਰਨ ਕਰਦੇ ਹਨ। ਸੰਸਾਰ ਦਾ ਸਾਰਾ ਕਾਰਜ ਮਨ ਨਾਲ ਹੀ ਹੁੰਦਾ ਹੈ, ਜਿਸ ਕਰਕੇ ਮਨ ਨੂੰ ਸਾਧ ਲੈਣ ਨਾਲ ਹੀ ਕਾਰਜ ਦੀ ਸਿੱਧੀ ਹੁੰਦੀ ਹੈ। ਇਸ ਕਰਕੇ ਸਭ ਤੋਂ ਪਹਿਲਾਂ ਆਪਣੇ ਮਨ ਨੂੰ ਹੀ ਸਾਧਨਾ, ਸੋਧਨ ਤੇ ਸਮਝਾਉਣਾ ਚਾਹੀਦਾ ਹੈ। ਆਪਣੀ ਨਿੱਜੀ ਤੇ ਵਡੱਪਣ ਦੀ ਈਰਖਾ ਕਰਕੇ ਦੁਰਯੋਧਨ ਨੇ ਪਾਂਡਵਾਂ ਦੇ ਸਾਹਮਣੇ ਦਰਬਾਰ ਵਿੱਚ ਦ੍ਰੋਪਦੀ ਦੀ ਨਿਰਾਦਰੀ ਕਰਨ ਵਾਸਤੇ ਉਸ ਨੂੰ ਮੰਗਾਇਆ। ਦੁਸ਼ਟ ਨੇ ਆਪਣੇ ਭਾਈ ਦੁਸ਼ਾਸਨ ਨੂੰ ਭਾਰੀ ਸਭਾ ਵਿੱਚ ਦ੍ਰੋਪਦੀ ਨੂੰ ਨਗਨ ਕਰਨ ਦਾ ਹੁਕਮ ਦੇ ਦਿੱਤਾ। ਦ੍ਰੋਪਦੀ 5 ਮਹਾਬਲੀ ਪਾਂਡਵਾਂ ਦੀ ਇਸਤਰੀ ਦ੍ਰੁਪਦ ਰਾਜੇ ਦੀ ਲੜਕੀ ਇਹ ਹੁਕਮ ਸੁਣ ਕੇ ਵਿਲਕੀ ਤੇ ਚਿল্ਲਾਈ। ਉਹ ਕਦੇ ਯੁਧਿਸ਼ਟਰ, ਕਦੇ ਅਰਜਨ, ਕਦੇ ਭੀਮ ਆਦਿ ਮਹਾਬਲੀਆਂ ਵੱਲ ਵੇਖੇ ਅਤੇ ਕਦੇ ਭੀਸ਼ਮ ਪਿਤਾਮਾ ਧਰਮ ਮੂਰਤੀ ਅੱਗੇ ਆਪਣੇ ਧਰਮ ਰੱਖਿਅਕ ਦੇ ਹਾੜੇ ਪਾਵੇ। ਕਦੇ ਵੇਦ ਵਿਆਸ ਜੀ ਤੇ ਹੋਰ ਬਰਾਬਰ ਵਿੱਚ ਸੁਸ਼ੋਭਿਤ ਰਿਖਿਆ ਮੁਨੀਆਂ ਦਾ ਘੋਰ ਅਨਿਆਏ ਵੱਲ ਧਿਆਨ ਦਿਵਾਏ। ਅੰਤ ਧ੍ਰਿਤਰਾਸ਼ਟਰ ਨੂੰ ਉਸ ਦੀ ਬਜ਼ੁਰਗੀ ਸਿਆਣਪ ਅਤੇ ਨਿਆਂਕਾਰੀ ਦਾ ਵੀ ਵਾਸਤਾ ਪਾਇਆ, ਪਰ ਕਿਸੇ ਨੇ ਵੀ ਉਸ ਦੀ ਬੇਨਤੀ, ਚੀਖ ਪੁਕਾਰ ਤੇ ਵਿਰਲਾਪ ਵੱਲ ਧਿਆਨ ਨਾ ਦਿੱਤਾ। ਦੁਰਯੋਧਨ ਤੋਂ ਡਰ ਕੇ ਸਭ ਚੁੱਪ ਰਹੇ। ਜਦ ਸਵਾ ਪਹਿਰ ਦ੍ਰੋਪਦੀ ਇਸ ਦਸ਼ਾ ਵਿੱਚ ਹਾਲ ਪੁਕਾਰ ਕਰਕੇ ਥੱਕ ਗਈ ਅਤੇ ਦੁਸ਼ਾਸਨ ਸਾਰੇ ਸਭਾਪਤੀਆਂ ਵੱਲੋਂ ਚੁੱਪ ਵੇਖ ਕੇ ਦ੍ਰੋਪਦੀ ਦੇ ਕੱਪੜੇ ਉਤਾਰਨ ਲੱਗਾ, ਤਾਂ ਹੋਰ ਕੋਈ ਪੇਸ਼ ਨਾ ਜਾਂਦੀ ਦੇਖ ਕੇ ਦ੍ਰੋਪਦੀ ਨੇ ਇੱਕ ਛਿਨ ਭਰ ਆਪਣੇ ਅੰਤਰਾਤਮਾ ਵਿੱਚ ਪ੍ਰਭੂ ਅੱਗੇ ਆਪਣੀ ਰੱਖਿਆ ਵਾਸਤੇ ਅਰਦਾਸ ਕੀਤੀ। ਬਸ ਛਿਨ ਭਰ ਦੀ ਅਰਦਾਸ ਕਰਨ ਦੀ ਢਿੱਲ ਸੀ ਕਿ ਪ੍ਰਭੂ ਸਰਵ ਵਿਆਪੀ ਅਕਾਲ ਪੁਰਖ ਸਾੜੀ ਰੂਪ ਹੋ ਕੇ ਦ੍ਰੋਪਦੀ ਦੀ ਧਰਮ ਰੱਖਿਆ ਵਾਸਤੇ ਤਤਪਰ ਹੋ ਗਿਆ। ਸਭਾ ਵਿੱਚ ਸਾੜੀਆਂ ਦੇ ਢੇਰ ਲੱਗ ਗਏ ਅਤੇ ਦੁਸ਼ਟਾਂ ਤੋਂ ਦ੍ਰੋਪਦੀ ਨਗਨ ਨਾ ਹੋਈ। ਸੋ ਅਰਦਾਸ ਦਾ ਇਹ ਫਲ ਹੋਇਆ, ਬਸਤਰ ਛੀਨਤ ਦ੍ਰੋਪਦੀ ਰੱਖੀ ਲਾਜ। ਸੋ ਇਸ ਲਈ ਹਰ ਸਿੱਖ ਨੂੰ ਉਸ ਮੁਕਤ ਭੁਗਤ ਦੇ ਦਾਤੇ ਅੱਗੇ ਨਿਤਾ ਪ੍ਰਤੀ ਅਰਦਾਸ ਕਰਨਾ ਬਣਦਾ ਹੈ। ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।